16 साला लड़की को मुलजिम हरासा करता था। मना किया तो मुलजिम ने स्कूल वापसी पर मुबैना तौर पर दोनों बहन भाई को फायर ही मार दिए। ਭਤੀਜਾ ਮੇਰਾ ਸਕੂਲੋਂ ਲੈਣ ਜਾ ਰਿਹਾ ਉੱਤੇ ਮੇਰੇ ਭਤੀਜੇ ਦੇ ਮੂੰਹ ਦੇ ਉੱਤੇ ਖੌਫ ਦੀ ਲਾਮਤ ਬਣ ਗਈ। ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਪਏ ਆ। ਜ਼ੁਲਮ ਹੋਇਆ ਸਾਡੇ ਨਾਲ। ਦੁਨੀਆਦਾਰੀ ਦੇ ਵਿੱਚ ਇਹਨਾਂ ਨੇ ਵੇਖੀ ਕੁਝ ਨਹੀਂ ਹੈ। क्यों मुलजिम ने इतना बड़ा कदम उठाया? ਹਸਨ ਡਾਕੂ ਦੇ ਨਾਂ ਤੋਂ ਮਸ਼ਹੂਰ ਹੈ। ਉਹ ਮੇਰੀ ਭਤੀਜੀ ਨੂੰ ਰਾਸਾ ਕਰਦਾ ਸੀ, ਗਲਤ ਜੁਮਲੇ ਬੋਲਦਾ ਸੀ। ਉਹਨੇ ਫਿਰ ਜਾ ਕੇ ਘਰ ਜਾ ਕੇ ਦੱਸਿਆ ਜਿਹੜਾ ਮੇਰਾ ਭਤੀਜਾ ਵੇ, ਮੇਰੇ ਭਰਾ ਨੇ ਠੀਕ ਉਹਦੀ ਡਿਊਟੀ ਲਾਈ ਹੋਈ, ਤੂੰ ਛੱਡ ਕੇ ਆਣਾ, ਤੂੰ ਲੈ ਕੇ ਆਣਾ। ਫਿਰ ਰਾਸਾ ਕਰਦਾ ਸੀ। ਫਿਰ ਉਹਨੇ ਦੱਸਿਆ ਜਾ ਕੇ। ਫਿਰ ਉਹਦੇ ਮਾਪਿਆਂ ਨੂੰ ਬੁਲਾਇਆ ਵੇ, ਠੀਕ ਹੈ, ਉਹਦੇ ਮਾਪਿਆਂ ਨੂੰ ਬੁਲਾਇਆ। ਉਹਨੇ ਨਿਆਂ ਦਿੱਤਾ ਵੇ। ਉਹਨੇ ਕਿਹਾ ਅੱਜ ਤੋਂ ਬਾਅਦ ਨਹੀਂ ਤੰਗ ਕਰੇਗਾ, ਨਹੀਂ ਪਰੇਸ਼ਾਨੀ ਕਰੇਗਾ। ਅਸੀਂ ਉਹਨਾਂ ਨੂੰ ਆਖਿਆ ਜੀ ਇਹ ਹੋਰ ਵੀ ਕੁੜੀਆਂ ਨੂੰ ਤੰਗ ਕਰਦਾ, ਪਰੇਸ਼ਾਨੀ ਕਰਦਾ, ਇਹ ਹਸਨ ਡਾਕੂ ਜਿਹੜਾ, ਠੀਕ ਹੈ, ਗੱਲ ਚੰਗੀ ਨਹੀਂ ਹੈ, ਸਾਡੇ ਨਾਲ ਨਾ ਕਰੇ, ਠੀਕ ਹੈ। ਉਹਨੇ ਕਿਹਾ, ਉਹਦਾ ਪਿਓ ਨੇ ਕਿਹਾ ਸੀ, ਨਾਲ ਦੋ ਬੰਦੇ ਆਏ ਸੀ, ਉਹਨਾਂ ਨੇ ਕਿਹਾ ਸੀ ਭਾਈ ਅੱਜ ਤੋਂ ਬਾਅਦ ਤੁਹਾਡੀ ਕੁੜੀ ਨੂੰ ਰਾਸਾ ਨਹੀਂ ਕਰੇਗਾ, ਠੀਕ ਹੈ। ਉਸ 2 ਦਿਨਾਂ ਬਾਅਦ ਉਹਨੂੰ ਭਤੀਜੀ ਮੇਰੀ ਸਕੂਲ ਗਈ ਹੋਈ ਸੀ। ਭਤੀਜਾ ਮੇਰਾ ਸਕੂਲੋਂ ਲੈਣ ਜਾ ਰਿਹਾ, ਠੀਕ ਹੈ। ਉਹਨੂੰ ਲੈ ਕੇ ਉਹਦੀ ਰਖਵਾਲੀ ਕੀਤੀ। ਉਹਨੇ ਰਖਵਾਲੀ ਕਰਕੇ ਅੱਗੋਂ ਮਸਜਿਦ ਆਉਂਦੀ ਹੈ ਲੈ ਹਦੀਸਾਂ ਦੀ, ਠੀਕ ਹੈ। ਉੱਥੇ ਇੱਕ ਜੰਪ ਦੇ ਕੋਲ ਮੋਟਰਸਾਈਕਲ ਸਲੋ ਹੋ ਜਾਂਦੀ ਹੈ ਬਿਲਕੁਲ। ਉੱਤੇ ਮੇਰੇ ਭਤੀਜੇ ਦੇ ਮੂੰਹ ਦੇ ਉੱਤੇ ਫੈਰ ਮਾਰ ਛੱਡਿਆ ਉਹਨੇ, ਇੱਥੇ ਮੱਥੇ ਦੇ ਉੱਤੇ। ਜਿਹੜੇ ਫਿਰ ਮੋਟਰਸਾਈਕਲ ਥੱਲੇ ਡਿੱਗੀ ਹੈ, ਥੱਲੇ ਡਿੱਗ ਕੇ ਉੱਤੇ ਮੇਰੀ ਭਤੀਜੀ ਦੇ ਮੂੰਹ ਦੇ ਉੱਤੇ ਫੈਰ ਉਹਨੇ ਮਾਰੀ। ਭਤੀਜੀ ਮੇਰੀ ਮੌਕੇ ਤੇ ਫੌਤ ਹੋ ਗਈ ਸੀ। ਭਤੀਜਾ ਮੇਰਾ ਉੱਥੇ ਦਾਖਲ ਕੀਤਾ ਉਹਨਾਂ ਨੇ ਸਿਵਲ ਹਸਪਤਾਲ 'ਚ, ਠੀਕ ਹੈ। ਤੇ 4 ਤੋਂ 5 ਦਿਨਾਂ ਬਾਅਦ ਮੇਰਾ ਭਤੀਜਾ ਵੀ ਫੌਤ ਹੋ ਗਿਆ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਸ ਟਾਈਮ ਪਤਾ ਚੱਲਾ ਕਿ ਇਹ ਵਕੂਆ ਪੇਸ਼ ਆਇਆ ਤੇ ਤੁਹਾਡਾ ਭਤੀਜੇ ਤੇ ਤੁਹਾਡੇ ਭਤੀਜੀ ਨੂੰ ਜਿਹੜਾ ਉਹਨਾਂ ਗੋਲੀਆਂ ਮਾਰ ਦਿੱਤੀਆਂ? ਮੈਂ ਉੱਥੋਂ ਪਿੱਛੋਂ ਹੀ ਆ ਰਿਹਾ ਸੀ, ਵੇਖ ਕੇ ਤੇ ਮੈਂ ਫਿਰ ਕਾਲ ਕੀਤੀ 15 ਨੰਬਰ ਤੇ। ਉਹ ਤਾਂ ਫਿਰ ਅੰਧਾਧੁੰਦ ਫਾਇਰਿੰਗ ਕਰਦਾ ਪਿਆ ਉੱਤੇ ਵਾਈਫਾਇਰ। ਅੱਛਾ, ਜਿਹੜਾ ਮੁਲਜ਼ਮ ਹੈ ਉਹ ਅਕੇਲਾ ਆ ਰਿਹਾ ਸੀ ਜਾਂ ਉਹਦੇ ਕੋਈ ਸਾਥੀ ਵੀ ਹੈ ਸਨ? ਨਹੀਂ, ਇਕੱਲਾ ਹੀ ਸੀ, ਉਹ ਪੈਦਲ ਸੀ। ਉਹਨੇ ਥੜਾ ਮਾਰਿਆ ਹੋਇਆ ਸੀ ਉੱਥੇ, ਠੀਕ ਹੈ। ਥੜਾ ਮਾਰ ਲਿਆ ਸੀ ਉਹਨੇ। ਖੌਫ ਦੀ ਲਾਮਤ ਬਣ ਗਈ ਇਲਾਕੇ ਦੇ ਵਿੱਚ। ਲੋਕੀ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਪਏ ਆ। ਇਹਦੀ ਵਜ੍ਹਾ ਤੋਂ, ਹਸਨ ਡਾਕੂ ਦੀ ਵਜ੍ਹਾ ਤੋਂ ਨਾ ਬੱਚੇ ਆਪਣੇ ਸਕੂਲ ਨਹੀਂ ਭੇਜਦੇ ਪਏ ਆ। ਅੱਡੀ ਜ਼ਿਆਦਤੀ ਹੋਈ ਹੈ, ਜ਼ੁਲਮ ਹੋਇਆ ਸਾਡੇ ਨਾਲ। ਅੱਛਾ, ਮੈਨੂੰ ਇਹ ਦੱਸੋ ਕਿ ਲੜਕੀ ਦੀ ਉਮਰ ਕਿੰਨੀ ਹੈ ਤੇ ਲੜਕੇ ਦੀ ਉਮਰ ਕਿੰਨੀ ਹੈ? 18 ਤੋਂ 20 ਸਾਲ। ਜਿਹੜੀ ਮੇਰੀ ਭਤੀਜੀ ਉਹਦੀ 15 ਕੁ ਸਾਲ, ਨਾਬਾਲਗ ਬੱਚੀ ਸੀ ਹਲੇ, ਠੀਕ ਹੈ। ਦੁਨੀਆਦਾਰੀ ਦੇ ਵਿੱਚ ਇਹਨਾਂ ਨੇ ਵੇਖੀ ਕੁਝ ਨਹੀਂ ਹੈ ਤੇ ਇਹਨਾਂ ਨੂੰ ਅੰਧਾਧੁੰਦ ਫਾਇਰਿੰਗ ਕਰਕੇ ਮਾਰ ਛੱਡਿਆ ਜਾਨੋਂ। ਅੱਛਾ, ਤੁਸੀਂ ਮੁਦਈ ਮੁਕੱਦਮਾ ਹੋ, ਤੁਸੀਂ ਮੁਕੱਦਮਾ ਦਰਜ ਕਰਵਾਇਆ ਤੇ ਪੁਲਿਸ ਇਸ ਹਵਾਲੇ ਨਾਲ ਕੀ ਕਹਿ ਰਹੀ? ਪੁਲਿਸ ਕਹਿੰਦੀ ਹੈ ਗ੍ਰਿਫਤਾਰ ਹੋ ਗਿਆ, ਹੁਣ ਕਹਿੰਦੀ ਹੈ ਗ੍ਰਿਫਤਾਰ ਹੋ ਗਿਆ। ਅਸੀਂ ਕਹਿੰਦੇ ਸਾਡਾ ਕੇਸ ਜਿਹੜਾ ਨਾ CCD ਨੂੰ ਦਿੱਤਾ ਜਾਵੇ, ਠੀਕ ਹੈ। ਸਾਡੇ ਨਾਲ ਜ਼ੁਲਮ ਜ਼ਿਆਦਤੀ ਹੋਈ ਹੈ, ਬਹੁਤ ਜ਼ਿਆਦਤੀ ਹੋਈ ਹੈ। ਰਾਸਾ ਕਰਦਾ ਸੀ ਬੱਚੇ ਨੂੰ, ਠੀਕ ਹੈ, ਗੰਦੇ ਜੁਮਲੇ ਬੋਲਦਾ ਸੀ, ਠੀਕ ਹੈ। ਕੁਝ ਅਲਫਾਜ਼ ਐਸੇ ਨੇ ਜਿਹੜੇ ਅਸੀਂ ਆਪਣੇ ਮੂੰਹ ਨਹੀਂ ਬੋਲ ਸਕਦੇ, ਕਿਉਂ ਹੁਣ ਫੌਤ ਹੋ ਗਏ ਨੇ। ਫੌਤ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ ਦੱਸਿਆ ਜਾਵੇ ਬਈ ਉਹਨਾਂ ਨਾਲ ਇੰਜ ਕਰਦਾ ਫਿਰ ਅੱਛੀ ਗੱਲ ਨਹੀਂ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜਾ ਮੁਲਜ਼ਮ ਹੈ ਉਹ ਤੁਹਾਡਾ ਮੁਹੱਲੇਦਾਰ ਹੈ ਜਾਂ ਕਿਸੇ ਦੂਰ ਰਹਿੰਦਾ ਹੈ? ਨਹੀਂ, ਸਾਡੇ ਮਹੱਲੇ 'ਚ ਹੀ ਰਹਿੰਦਾ, 4-5 ਗਲੀਆਂ ਅੱਗੇ ਰਹਿੰਦਾ ਵੇ। ਉਹਦੇ ਤੇ ਐਫਆਈਆਰਾਂ ਹੋਈਆਂ ਨੇ, 5 ਐਫਆਈਆਰਾਂ ਨੇ। ATM ਮਸ਼ੀਨਾਂ ਪੁੱਟ ਲੈਂਦਾ ਸੀ। ATM ਮਸ਼ੀਨਾਂ ਤੋਂ ਜਿਹੜੇ ਬੰਦੇ ਜਾਂਦੇ ਸੀ ਉਹਨਾਂ ਨੂੰ ਲੁੱਟਦਾ ਸੀ, ਠੀਕ ਹੈ। ਫੜਿਆ ਗਿਆ ਸੀ। ਹੋਰ ਵੀ ਮੁਕੱਦਮੇ ਹੈ ਨੇ, ਠੀਕ ਹੈ। ਉਹ ਕਹਿੰਦੇ ਨੇ ਭਈਆ ਮਹੀਨਾ ਡੇਢ ਹੋ ਗਿਆ, ਛੁੱਟ ਕੇ ਆਇਆ ਵੇ। ਤੇ ਆਲਾ ਹੁਕਾਮ ਤੋਂ ਕੀ ਅਪੀਲ ਕਰੋਗੇ? ਇਨਸਾਫ ਮਰੀਮ ਨਵਾਜ਼ ਅੱਗੇ ਅਪੀਲ ਕਰਨੇ ਆ, ਸਾਡੇ ਨਾਲ ਜ਼ੁਲਮ ਜ਼ਿਆਦਤੀ ਹੋਈ ਹੈ, ਸਾਨੂੰ ਇਨਸਾਫ ਦਿੱਤਾ ਜਾਵੇ। ਸੇਲ ਚੱਠਾ ਸਾਹਿਬ ਸੇ ਅੱਗੇ ਅਪੀਲ ਕਰਨੇ ਆ, ਸਾਨੂੰ ਇਨਸਾਫ ਦਿੱਤਾ ਜਾਵੇ, ਠੀਕ ਹੈ। CPO ਗੁਜਰਾਲ ਹੈ, ਉਹਦੇ ਅੱਗੇ ਅਪੀਲ ਕਰਨੇ ਆ, ਸਾਨੂੰ ਇਨਸਾਫ ਦਿੱਤਾ ਜਾਵੇ। ਉਸ ਤੋਂ ਬਾਅਦ ਰਜ਼ਵਾਨ ਸਾਹਿਬ ਨੇ ਇੱਥੇ ਜਿਹੜੇ CCD ਦੇ, ਉਹਨਾਂ ਦੇ ਅੱਗੇ ਅਪੀਲ ਕਰਨੇ ਆ, ਸਾਨੂੰ ਇਨਸਾਫ ਦਿੱਤਾ ਜਾਏ, ਮੁਲਜ਼ਮ ਨੂੰ ਕੈਫੇ ਕਰਤਾਰ ਤੱਕ ਪਹੁੰਚਾਇਆ ਜਾਏ, ਠੀਕ ਹੈ। ਅੱਛਾ, ਤੁਹਾਡੇ ਨਾਲ ਤੇ ਬੜਾ ਜ਼ੁਲਮ ਹੋਇਆ ਹੈ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਦੂਸਰੇ ਬੱਚਿਆਂ ਨੂੰ ਜਾਂ ਵਾਲਿਦੈਨ ਨੂੰ ਕੀ ਪੈਗਾਮ ਦੇਵੋਗੇ ਕਿ ਇਸ ਤਰ੍ਹਾਂ ਦੇ ਵਾਕਿਆਤ ਦੇ ਵਿੱਚ ਕੀ ਕਰਨਾ ਚਾਹੀਦਾ ਹੈ? ਇਸ ਵਾਕਿਆ ਦੇ ਵਿੱਚ ਬੱਚਿਆਂ ਨੂੰ ਆਪਣਾ ਯਾਰ ਬਣਾਉਣਾ ਚਾਹੀਦਾ, ਬੱਚਿਆਂ ਨੂੰ, ਠੀਕ ਹੈ। ਬੱਚਿਆਂ ਨੂੰ ਆਪਣੀ ਮਾਂ ਨੂੰ ਚਾਹੀਦਾ, ਆਪਣੀ ਸਹੇਲੀਆਂ ਬਣਾਉਣਾ ਚਾਹੀਦਾ। ਆਪਣੇ ਬੱਚਿਆਂ ਨੂੰ ਚਾਹੀਦਾ ਸਮਝਾਉਣਾ ਚਾਹੀਦਾ, ਸਾਰੀ ਆ ਕੇ ਗੱਲ ਘਰ ਦੱਸਣ।